Good morning, students. Today I'll start chapter number 7, The Necklace, written by Guy de Maupassant. He was a French writer, and this chapter belongs from your book Footprints Without Fate. So, this writer is considered to be one of the best short story writers of the world. He was born in France, and he was a member or representative of the naturalist school of writers. So in this story, at the right hand side of the corner, some brief instruction has given and which is related with the story, so that your story would be more curious and interesting. Matilda is invited to be a grand party. She has a beautiful dress but no jewelry. She borrows a necklace from a friend and loses it. What happened then? ਇਸ ਸਟੋਰੀ ਦੇ ਵਿੱਚ ਜਿਹੜੀ ਕੈਰੈਕਟਰ ਹੈ ਉਹਦਾ ਨਾਮ ਹੈ ਮਟਿਲਡਾ। ਉਹ ਇੱਕ ਬਹੁਤ ਹੀ ਵੱਡੇ ਪਾਰਟੀ ਦੇ ਵਿੱਚ ਇਨਵਾਈਟ ਹੁੰਦੀ ਹੈਗੀ ਹੈ ਔਰ ਉਹਦੇ ਕੋਲ ਬਹੁਤ ਸੋਹਣੀ ਡਰੈਸ ਹੁੰਦੀ ਹੈ, ਬਟ ਪਾਉਣ ਦੇ ਲਈ ਕੋਈ ਜਵੈਲਰੀ ਨਹੀਂ ਹੁੰਦਾ ਹੈਗਾ। ਉਹ ਆਪਣੇ ਫਰੈਂਡ ਦੇ ਕੋਲ ਜਾ ਕਰਕੇ ਜਵੈਲਰੀ ਬੋਰੋ ਕਰਦੀ ਹੈ, ਪਰ ਜਵੈਲਰੀ ਨੂੰ ਖੋ ਦਿੰਦੀ ਹੈ, ਯਾਨੀ ਕਿ ਲੂਜ਼ ਕਰ ਦਿੰਦੀ ਹੈ। ਫਿਰ ਇਸ ਸਟੋਰੀ ਦੇ ਵਿੱਚ ਕੀ ਹੁੰਦਾ ਹੈਗਾ, ਲੈਟਸ ਬਿਗਨ ਦ ਸਟੋਰੀ ਫਰੋਮ ਹੇਅਰ। She was one of those pretty young ladies born as if through an error of destiny into a family of clerks. She had no dowry, no hopes, no means of becoming known, loved and married by a man, either rich or distinguished, and she allowed herself to marry a petty clerk in the office of the Board of Education. She was simple, but she was unhappy. ਮਟਿਲਡਾ ਜਿਹੜੀ ਹੈ ਉਹ ਬਹੁਤ ਹੀ ਸੋਹਣੀ ਹੁੰਦੀ ਹੈ, ਬਹੁਤ ਹੀ ਯੰਗ ਲੇਡੀਜ਼ ਹੁੰਦੀ ਹੈ, ਪਰ ਕਿਸਮਤ ਦੀ ਗਲਤੀ ਦੇ ਨਾਲ ਯਾਨੀ ਕਿ ਐਰਰ ਆਫ ਡੈਸਟਨੀ ਕਰਕੇ ਉਹਦਾ ਬਰਥ ਬਹੁਤ ਹੀ ਗਰੀਬ ਯਾਨੀ ਕਿ ਕਲਰਕ ਦੀ ਫੈਮਿਲੀ ਦੇ ਵਿੱਚ ਹੁੰਦਾ ਹੈਗਾ, ਜਿਨ੍ਹਾਂ ਦੇ ਕੋਲ ਨਾ ਤਾਂ ਡੌਰੀ ਦੇਣ ਦੇ ਲਈ ਪੈਸੇ ਹੁੰਦੇ ਆ, ਨਾ ਕੋਈ ਵੱਡੀ ਐਕਸਪੈਕਟੇਸ਼ਨ ਹੁੰਦੀ ਹੈ, ਨਾ ਹੀ ਉਹਨੂੰ ਲੱਗਦਾ ਹੈਗਾ ਕਿ ਕਿਸੇ ਰਿਚ ਜਾਂ ਡਿਸਟਿੰਗਿਸ਼ ਪਰਸਨ ਦੇ ਨਾਲ ਉਹਦੀ ਮੈਰਿਜ ਹੋਗੀ। ਇਸ ਕਰਕੇ ਉਹ ਚੁੱਪ ਕਰਕੇ ਇੱਕ ਪਿਟੀ ਕਲਰਕ ਯਾਨੀ ਕਿ ਸਿੰਪਲ ਦੇ ਕਲਰਕ ਦੇ ਨਾਲ ਮੈਰਿਜ ਕਰਾ ਦਿੰਦੀ ਹੈ। ਉਹਦਾ ਹਸਬੈਂਡ ਜਿਹੜਾ ਹੈਗਾ ਉਹ ਬੋਰਡ ਆਫ ਐਜੂਕੇਸ਼ਨ ਡਿਪਾਰਟਮੈਂਟ ਦੇ ਆਫਿਸ ਦੇ ਕਲਰਕ ਸੀਗਾ। ਉਹ ਬਹੁਤ ਹੀ ਸਿੰਪਲ ਰਹਿੰਦੀ ਹੈ, ਪਰ ਨਾਲ ਉਹ ਅਨਹੈਪੀ ਵੀ ਹੁੰਦੀ ਹੈ, ਯਾਨੀ ਕਿ ਨਾ ਖੁਸ਼ ਰਹਿੰਦੀ ਹੈ। She suffered insanely, feeling herself born for all delicacies and luxuries. She suffered from the poverty of her apartment, the shabby walls and the worn chairs. All these things tortured and angered her. ਇੱਥੇ ਜਿਹੜੀ ਵਰਡ ਦਿੱਤੀ ਹੋਈ ਹੈ insanity ਦਾ ਮਤਲਬ ਹੁੰਦਾ ਹੈਗਾ ਕੰਟੀਨਿਊਸਲੀ, ਯਾਨੀ ਕਿ ਲਗਾਤਾਰ। ਸ਼ੀ ਸਫਰਡ ਕੰਟੀਨਿਊਸਲੀ, ਆਪਣੇ ਆਪ ਨੂੰ ਹਮੇਸ਼ਾ ਉਹ ਮੰਨਦੀ ਰਹਿੰਦੀ ਹੈ ਕਿ ਮੇਰਾ ਬਰਥ ਬਹੁਤ ਸਾਰੀ ਡੈਲੀਕੇਸੀ ਔਰ ਲਗਜ਼ੀਰੀਅਸ ਚੀਜ਼ਾਂ ਨੂੰ ਇੰਜੋਏ ਕਰਨ ਦੇ ਲਈ ਹੋਇਆ, ਬਟ ਉਹ ਇੱਕ ਬਹੁਤ ਹੀ ਬੇਚਾਰਾ ਔਰ ਅਜੀਬ ਪੋਵਰਟੀ ਵਾਲੇ ਅਪਾਰਟਮੈਂਟ ਦੇ ਵਿੱਚ ਰਹਿੰਦੀ ਹੁੰਦੀ ਹੈ, ਯਾਨੀ ਕਿ ਅਪਾਰਟਮੈਂਟ ਬਹੁਤ ਹੀ ਜ਼ਿਆਦਾ ਖਰਾਬ ਹੁੰਦਾ ਹੈਗਾ। ਉਹਦੇ ਵਾਲ ਜਿਹੜੇ ਹੁੰਦੇ ਹੈਗੇ ਉਹ ਸ਼ੈਬੀ ਹੁੰਦੇ, ਯਾਨੀ ਕਿ ਕਾਫੀ ਅਗਲੀ ਲੁੱਕ ਦਿੰਦੇ ਆ, ਬਹੁਤ ਸੋਹਣੇ ਨਹੀਂ ਹੁੰਦੇ ਹੈਗੇ, ਅਗਲੀ ਜਿਹੇ ਹੁੰਦੇ ਹੈਗੇ। ਐਂਡ ਚੇਅਰ ਜਿਹੜੇ ਹੁੰਦੇ ਆ ਉਹ ਵੀ ਬਹੁਤ ਵਧੀਆ ਨਹੀਂ ਹੁੰਦੇ ਹੈਗੇ, ਥੋੜ੍ਹੇ ਪੁਰਾਣੇ ਜਿਹੇ ਹੁੰਦੇ ਹੈਗੇ, ਇਸ ਕਰਕੇ ਉਹ ਹਮੇਸ਼ਾ ਹੀ ਦੁਖੀ ਰਹਿੰਦੀ ਹੈ। When she seated herself for dinner opposite her husband, who uncovered the tureen with a delicate air, saying, "Oh, the good pot pie. I know nothing better than that." ਜਦੋਂ ਉਹ ਡਿਨਰ ਦੇ ਲਈ ਆਪਣੇ ਹਸਬੈਂਡ ਦੇ ਨਾਲ ਡਿਨਰ ਡਾਈਨਿੰਗ ਟੇਬਲ 'ਤੇ ਅਪੋਜ਼ਿਟ ਸਾਈਡ 'ਤੇ ਬੈਠਦੀ ਹੈ, ਦੈਨ ਉਹਦਾ ਹਸਬੈਂਡ ਜਿਹੜਾ ਹੈਗਾ ਉਹ ਟਿਊਰਿਨ ਦਾ ਮਤਲਬ ਹੁੰਦਾ ਹੈ ਬਿਗ ਬਾਊਲ ਵਿਦ ਫੂਡ। ਜਿਹੜੇ ਬਾਊਲ ਦੇ ਵਿੱਚ ਆਪਾਂ ਖਾਣਾ ਸਰਵ ਕਰਦੇ ਹੁੰਦੇ ਆ ਉਹਨੂੰ ਕਹਿੰਦੇ ਟਿਊਰਿਨ। ਉਹਦੇ ਵਿੱਚ ਬਹੁਤ ਵਧੀਆ ਰੈਸਿਪੀ ਖਾਣ ਦਾ ਸਮਾਨ ਹੁੰਦਾ ਹੈਗਾ। ਉਹਦੀ ਜਦੋਂ ਫਰੈਸ਼ ਏਅਰ ਉਹਦੇ ਹਸਬੈਂਡ ਨੂੰ ਮਿਲਦੀ ਹੈ ਤਾਂ ਕਹਿੰਦਾ ਕਿ ਕਿੰਨਾ ਵਧੀਆ ਖਾਣਾ ਬਣਾਇਆ ਹੋਇਆ ਔਰ ਮੈਂ ਇਸ ਤੋਂ ਵਧੀਆ ਖਾਣਾ ਅੱਗੇ ਕਦੇ ਨਹੀਂ ਦੇਖਿਆ। She would think of elegant dinner of shining silver. She thought of the exquisite food served in the marvelous dishes. She had neither frock nor jewels, nothing, and she loved only those things. ਪਰ ਇਹ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦੀ ਹੈ, ਕਿਉਂਕਿ ਇਹਨੂੰ ਤਾਂ ਐਕਸਪੈਕਟੇਸ਼ਨ ਹੁੰਦੀ ਹੈ ਬਹੁਤ ਹੀ ਸ਼ਾਨਦਾਰ ਡਿਨਰ ਹੋ ਔਰ ਸ਼ਾਈਨਿੰਗ ਸਿਲਵਰ ਬਾਊਲ ਦੇ ਵਿੱਚ ਸਰਵ ਕੀਤਾ ਜਾਏ। ਐਗਜ਼ੀਸਾਈਟ ਦਾ ਮਤਲਬ ਇੱਥੇ ਹੈਗਾ ਕਿ ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਹੀ ਲਵਲੀ, ਸੋਹਣਾ। ਉਹਨੂੰ ਇਹ ਸਾਰੀ ਚੀਜ਼ਾਂ ਦੀ ਬਹੁਤ ਜ਼ਿਆਦਾ ਚਾਹ ਹੁੰਦੀ ਹੈਗੀ ਆ। ਉਹਦੇ ਨਾਲ ਹੀ ਨਾ ਉਹਦੇ ਕੋਲ ਕੋਈ ਵਧੀਆ ਕੱਪੜੇ ਹੁੰਦੇ ਹਨ, ਨਾ ਹੀ ਕੋਈ ਜਵੈਲਰੀ ਹੁੰਦੀ ਹੈ ਪਾਉਣ ਦੇ ਲਈ, ਔਰ ਉਹ ਇਹੋ ਜਿਹੀ ਚੀਜ਼ਾਂ ਨੂੰ ਹੀ ਪਸੰਦ ਕਰਦੀ ਸੀ। She had a rich friend, a schoolmate at the convent, who she didn't like to visit.
She suffered so much when she returned. She wept for whole days from despair and disappointment. ਉਹਦੀ ਇੱਕ ਬੈਸਟ ਫਰੈਂਡ ਹੁੰਦੀ ਹੈ ਸਕੂਲਮੇਟ, ਉਹ ਕਾਫੀ ਰਿਚ ਹੁੰਦੀ ਹੈ, ਕਨਵੈਂਟ ਸਕੂਲ ਦੇ ਵਿੱਚ ਦੋਨੋਂ ਪੜ੍ਹਦੀ ਹੁੰਦੀਆਂ ਸੀਗੀਆਂ, ਪਰ ਉਹ ਆਪਣੀ ਫਰੈਂਡ ਦੇ ਘਰ ਉਹ ਕਦੇ ਵੀ ਵਿਜ਼ਿਟ ਕਰਨਾ ਪਸੰਦ ਨਹੀਂ ਕਰਦੀ ਹੈ। ਕਿਉਂਕਿ ਜਦੋਂ ਵੀ ਉਹਨੂੰ ਮਿਲ ਕੇ ਆਉਂਦੀ ਸੀਗੀ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਸੀਗੀ ਔਰ ਸਾਰਾ ਦਿਨ ਰੋਦੀ ਰਹਿੰਦੀ ਸੀਗੀ। ਉਹਨੂੰ ਬਹੁਤ ਤਕਲੀਫ ਹੁੰਦਾ ਸੀਗਾ, ਉਹਨੂੰ ਪੇਨ ਹੁੰਦਾ ਸੀਗਾ। ਕਿਹੜੀ ਚੀਜ਼ ਨੂੰ ਲੈ ਕਰਕੇ ਉਹ ਅਪਸੈਟ ਰਹਿੰਦੀ ਸੀਗੀ ਕਿ ਉਹ ਅਮੀਰ ਹੈ ਅਤੇ ਮੈਂ ਗਰੀਬ ਹਾਂ, ਮਤਲਬ ਮੇਰੇ ਕੋਲ ਸਾਰੀ ਫੈਸਿਲਿਟੀ ਸਾਰੀ ਚੀज़ें ਕਿਉਂ ਨਹੀਂ ਹੈ। One evening her husband returned elated bearing in his hand a large umbrella. एक शाम ਨੂੰ ਉਹਦੇ ਹਸਬੈਂਡ elated ਦਾ ਮਤਲਬ ਹੈ happily ਖੁਸ਼ ਹੋ ਕਰਕੇ, एक शाम ਦੀ ਈਵਨਿੰਗ ਨੂੰ ਉਹਦੇ ਹਸਬੈਂਡ ਬਹੁਤ ਖੁਸ਼ ਹੋ ਕਰਕੇ ਆਪਣੇ ਹੱਥ ਦੇ ਵਿੱਚ ਇੱਕ ਇਨਵੈਲਪ ਲੈ ਕਰਕੇ ਵਾਪਸ ਆਉਂਦਾ ਹੈਗਾ। ਐਂਡ ਹੇਅਰ ਹੀ ਸੈਡ ਹੇਅਰ ਇਜ਼ ਸਮਥਿੰਗ ਫॉर ਯੂ, ਔਰ ਕੀ ਕਹਿੰਦਾ ਹੈਗਾ ਕਿੱਥੇ ਤੇਰੇ ਲਈ ਕੁਛ ਹੈਗਾ, ਮੀਨਸ ਸਰਪ੍ਰਾਈਜ਼ ਹੈਗਾ। she quickly drew out a printed card on which were inscribed these words. और अचानक ही वो प्रिंटेड कार्ड करती है बाहर और उत्थे की लिखिया हुंदा हैगा, द मिनिस्टर ऑफ पब्लिक इंस्ट्रक्शन एंड मैडम जॉर्ज रैम्पनी आज द ऑनर ऑफ मिस्टर एंड मिसिज लॉइजर्स कंपनी मंडे इवनिंग जनवरी 18 एट द मिनिस्टर्स रेसिडेंस। यानी कि एक इनविटेशन कार्ड हुंदा हैगा जिहड़ा एजुकेशन डिपार्टमेंट ते उहदे हसबैंड नूं मिलिया होया सीगा और उहदे हसबैंड ते इहनूं इनवाइट किया गया सीगा इस पार्टी दे विच। Instead of being delighted as her husband had hoped, she threw the invitation spitefully upon the table, murmuring, "What do you suppose I want with that?" और ਉਹਦੇ ਹਸਬੈਂਡ ਨੂੰ ਕੀ ਉਮੀਦ ਸੀਗੀ ਕਿ ਇਨਵੀਟੇਸ਼ਨ ਦੇ ਕਾਰਡ ਨੂੰ ਸੁਣ ਕੇ ਜਾਂ ਦੇਖ ਕਰ ਇਹ ਬਹੁਤ ਖੁਸ਼ ਹੋ ਜਾਊਗੀ, ਪਰ ਖੁਸ਼ ਹੋਣ ਦੀ ਥਾਂ 'ਤੇ ਇਹ ਕੀ ਕਰਦੀ ਹੈਗੀ ਆ, ਇਹ ਆਪਣੇ ਹਸਬੈਂਡ ਦੇ ਇਨਵੀਟੇਸ਼ਨ ਕਾਰਡ ਨੂੰ ਸਪਾਈਟਫੁਲੀ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਕਿ ਨਫ਼ਰਤ ਦੇ ਨਾਲ ਹੇਟਡ ਮੈਨਰ ਦੇ ਵਿੱਚ ਗੁੱਸੇ ਦੇ ਅਤੇ ਨਫ਼ਰਤ ਦੇ ਨਾਲ ਉਹਨੂੰ ਚੱਕ ਕੇ ਸਾਈਡ 'ਤੇ ਫੇਕ ਦਿੰਦੀ ਹੈ। ਔਰ ਮਰਮਰਿੰਗ ਯਾਨੀ ਕਿ ਵਿਸਪਰਿੰਗ ਕਰਨਾ ਸ਼ੁਰੂ ਕਰਦੀ ਹੈ। ਵਿਸਪਰਿੰਗ ਯਾਨੀ ਕਿ ਹੌਲੀ ਹੌਲੀ ਬੋਲਣਾ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਮੈਂ ਇਸ ਕਾਰਡ ਦਾ ਕੀ ਕਰਾਂ, ਬਟ ਮਾਈ ਡੇਅਰਿੰਗ ਆਈ ਥੋਟ it would make you happy. You never go out and this is an occasion and a fine one. Everybody wishes one and it is very select. Not many are given to employees. फिर ਉਹਦੇ ਹਸਬੈਂਡ ਕਹਿੰਦੇ ਆ ਕਿ ਮੈਨੂੰ ਲੱਗਿਆ ਸੀਗਾ ਕਿ ਤੂੰ ਇਸ ਕਾਰਡ ਨੂੰ ਦੇਖ ਕਰਕੇ ਬਹੁਤ ਖੁਸ਼ ਹੋਣਾ ਕਿਉਂਕਿ ਤੂੰ ਬਾਹਰ ਜਾਣਾ ਪਸੰਦ ਨਹੀਂ ਕਰਦੀ ਹੈ ਔਰ ਇੱਕ ਬਹੁਤ ਵਧੀਆ ਓਕੇਸ਼ਨ ਯਾਨੀ ਕਿ ਮੌਕਾ ਹੈਗਾ ਬਾਹਰ ਜਾਣ ਦਾ ਔਰ ਬਹੁਤ ਵਧੀਆ ਵੀ ਹੈ ਕਿਉਂਕਿ ਹਰ ਕਿਸੇ ਦੀ ਵਿਸ਼ ਹੁੰਦੀ ਹੈ ਇਸ ਪਾਰਟੀ ਦੇ ਵਿੱਚ ਜਾਣ ਦੇ ਲਈ, ਪਰ ਇਹ ਕਾਰਡ ਵੀ ਸਾਰਿਆਂ ਨੂੰ ਨਹੀਂ ਮਿਲਿਆ, ਬਹੁਤ ਹੀ ਸਲੈਕਟਿਵ ਇੰਪਲੋਈ ਨੂੰ ਮੇਰੇ ਡਿਪਾਰਟਮੈਂਟ ਨੇ ਦਿੱਤਾ ਹੈਗਾ, ਯਾਨੀ ਕਿ ਇਸ ਪਾਰਟੀ ਦੇ ਵਿੱਚ ਆਪਾਂ ਨੂੰ ਮੌਕਾ ਮਿਲਿਆ, ਓਪਰਚੁਨਿਟੀ ਮਿਲੀ ਹੈ ਇਹਨੂੰ ਅਟੈਂਡ ਕਰਨ ਦੀ। ਯੂ ਵਿਲ ਸੀ ਦ ਹੋਲ ਆਫੀਸ਼ੀਅਲ ਵਰਲਡ ਦੇਅਰ, ਔਰ ਤੈਨੂੰ ਉੱਥੇ ਪੂਰੇ ਆਫਿਸ ਦੇ ਦੁਨੀਆ ਨੂੰ ਦੇਖਣ ਦਾ ਮੌਕਾ ਮਿਲੂਗਾ। She looked at him with an irritated eye and declared impatiently, "What do you suppose I have to wear to such a thing as that?" ਫਿਰ ਉਹ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਆਪਣੇ ਹਸਬੈਂਡ ਨੂੰ ਇਰੀਟੇਟ ਨਾਰਾਜ਼ਗੀ ਦੇ ਨਾਲ ਉਹਨੂੰ ਘੂਰ ਕੇ ਦੇਖਦੀ ਹੈ ਔਰ ਕਹਿੰਦੀ ਹੈ ਇੰਪੇਸ਼ੈਂਟ ਹੋ ਕਰਕੇ ਯਾਨੀ ਕਿ ਗੁੱਸੇ ਦੇ ਵਿੱਚ ਆ ਕਰਕੇ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹੋ ਜਿਹੇ ਓਕੇਸ਼ਨ ਦੇ ਵਿੱਚ ਮੈਂ ਕੀ ਪਾਵਾਂ। He had not thought of that. He stammered. ਉਹਦੇ ਹਸਬੈਂਡ ਨੇ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸੀਗਾ, ਇਸ ਕਰਕੇ ਉਹ ਫੰਬਲਡ ਹੁੰਦਾ ਹੈਗਾ ਯਾਨੀ ਕਿ ਥੋੜ੍ਹਾ ਜਿਹਾ ਜਿਵੇਂ ਬੰਦਾ ਘਬਰਾ ਜਾਂਦਾ ਨਾ ਰੁਕ ਰੁਕ ਕੇ ਬੋਲਦਾ ਦੈਟਸ So why the dress you wear when we go to the theatre? It seems very pretty to me. He was silent. ਫਿਰ ਉਹਦਾ ਹਸਬੈਂਡ ਦਾ ਕੀ ਜਵਾਬ ਆਉਂਦਾ ਹੈਗਾ ਕਿ ਤੂੰ ਉਹ ਡਰੈਸ ਕਿਉਂ ਨਹੀਂ ਪਾਉਂਦੀ ਹੈ ਜਿਹੜਾ ਥੀਏਟਰ ਦੇ ਵਿੱਚ ਆਪਾਂ ਗਏ ਸੀਗੇ ਅਤੇ ਤੂੰ ਪਾਇਆ ਸੀਗਾ, ਉਹ ਡਰੈਸ ਬਹੁਤ ਸੋਹਣਾ ਹੈਗਾ। ਔਰ ਉਸ ਤੋਂ ਬਾਅਦ ਉਹ ਚੁੱਪ ਹੋ ਜਾਂਦਾ ਹੈਗਾ। But is to fight in dismay at the sight of his wife weeping. He stammered, "What is the matter? What is the matter?" बट अचानक ही वो स्टंट हो जाता है, खड़ जाता है एक जगह और शॉक हो जाता है। डिसमे मतलब शॉक हो जाना, क्यों? क्योंकि वो वाइफ रोना शुरू कर देंदी है और वो तो पूछता ही रहता है कि भाई की होया। दैन बाय अ वायलेंट एफर्ट शी हैड कंट्रोल्ड हर vexation and responded in a calm voice, wiping her moist cheek, "Nothing, only I have no dress and
Consequently, I cannot go to this affair. Give your card to some colleague whose wife is better fitted out than I. अब बहुत ही ज़्यादा एफर्ट करन तो बाद ਉਹਦੀ ਵਾਈਫ ਦਾ ਕੀ ਜਵਾਬ ਆਂਦਾ ਹੈਗਾ कि अपने आप ਨੂੰ कंट्रोल करते हुए इमीटेशन वैक्सेशन का मतलब होता है इमीटेट करना, किसी चीज़ ਨੂੰ दोहराना, और बहुत ही शांत होकर के जवाब देती है कि मैं लगातार यही कह रही हैं कि मैं अपने गाल यानी कि जेड़े रो रही सी वो गाल गीले सीगे उन्होंने साफ करती हुई कहती है कि मेरे कोल पाउण दे लई कोई ड्रेस नहीं है, लगातार मैं कह रही हैं और इस करके मैं इस पार्टी दे विच इस पार्टी दे विच जाना पसंद नहीं करती हैं, इस करके तू अपना कार्ड अपने किसी कुलीग दे वाइफ नूं दे दे जिन्हां दे कोल बैटर फिटेड आउट हो यानी कि बहुत वधिया ड्रेस हो इस ओकेशन ते पाउण दे लई। ही वॉज क्राइड, वो बहुत दुखी हो जाता है। करीब का मतलब होता है सैड होना। But answer, let's see, Matilda, how much would a suitable costume cost? Something that would serve for other occasions, something very simple. ਉਹਦਾ ਹਸਬੈਂਡ ਕੀ ਪੁੱਛਦਾ ਹੈਗਾ ਮਟਿਲਡਾ ਤੋਂ ਕਿ ਇੱਕ ਨਿਊ ਡਰੈਸ ਦੀ ਕਾਸਟ ਕਿੰਨੀ ਹੋਊਗੀ, ਕੋਈ ਇਹੋ ਜਿਹੀ ਡਰੈਸ ਜਿਹੜੇ ਹਰ ਓਕੇਸ਼ਨ ਤੇ ਪਾਈ ਜਾਏ ਤੇ ਸਿੰਪਲ ਵੀ ਹੋ। She reflected for some second, thinking of a sum that she could ask for without bringing with it an immediate refusal and the frightened exclamation from the economical clerk. पर ਉਹਦੀ ਵਾਈਫ ਜਿਹੜੀ ਹੈ ਉਹ ਤਾਂ ਕੁਝ ਹੋਰ ਹੀ ਸੋਚ ਰਹੀ ਸੀਗੀ। ਉਹਨੂੰ ਲੱਗਿਆ ਸੀਗਾ ਕਿ ਉਹਦੇ ਮਾਈਂਡ ਦੇ ਵਿੱਚ ਆਇਆ ਕਿ ਉਹਦੇ ਹਸਬੈਂਡ ਨੇ ਜਿਹੜੇ ਹੈਗੇ ਬਿਨਾਂ ਦੂਜਾ ਥੋਟ ਲਾਏ ਇਮੀਡੀਏਟ ਰਿਫਿਊਜ਼ ਕਰ ਦੇਣਾ, ਮਨਾ ਕਰ ਦੇਣਾ, ਐਂਡ ਇਸ ਕਰਕੇ ਉਹ ਹੌਲੀ ਹੌਲੀ ਰੁਕ ਰੁਕ ਕਰਕੇ ਆਪਣੇ ਆਪ ਨੂੰ ਇੱਕ ਐਕਸਕਲੇਮੇਸ਼ਨ यानी कि एक्सप्लेन करना, अपने आप ਨੂੰ एक्सप्लेन करदी हुई कहती है कि ਉਹਨੂੰ ਇਹ ਵੀ ਡਰ ਹੁੰਦਾ ਹੈਗਾ ਕਿ ਭਈ ਉਹ ਇਹਦਾ ਹਸਬੈਂਡ ਤਾਂ ਇਕਨੋਮਿਕਲ ਕਲਰਕ ਹੈ, ਬਹੁਤ ਜ਼ਿਆਦਾ ਕਮਾਉਂਦਾ ਵੀ ਨਹੀਂ ਹੈ। ਸੋ ਉਹ ਘਬਰਾ ਕੇ ਜਵਾਬ ਦੇ ਰਹੀ ਹੁੰਦੀ ਹੈ। ਫਾਈਨਲੀ she said in a hesitating voice, I can't tell exactly, but it seems to me that 400 French out to cover it. ਫਿਰ ਕਹਿੰਦੀ ਐਗਜ਼ੈਕਟਲੀ ਤਾਂ ਮੈਨੂੰ ਨਹੀਂ ਪਤਾ, ਪਰ ਮੈਨੂੰ ਕਿੰਨਾ ਲੱਗਦਾ ਹੈਗਾ ਕਿ 400 French ਜਿਹੜਾ ਹੋਊਗਾ ਉਹ ਇੱਕ ਡਰੈਸ ਦੀ ਕੋਸਟ ਹੋਊਗੀ। He turned a little pale, for he had saved just for some to buy a gun that he might be able to join some hunting parties the next summer with some friends who went to his school on Sunday. Nevertheless, he answered, very well, I will give you 400 francs, but try to have a pretty dress. अब ਉਹਦੇ ਹਸਬੈਂਡ ਦੇ ਰੰਗ ਉੜ ਜਾਂਦੇ ਆ, ਉਹ ਥੋੜਾ ਜਿਹਾ ਘਬਰਾ ਜਾਂਦਾ ਹੈਗਾ। ਘਬਰਾ ਇਸ ਕਰਕੇ ਜਾਂਦਾ ਹੈਗਾ ਕਿ ਉਹਦੇ ਕੋਲ ਪੂਰੇ 400 ਹੀ ਰੁਪਏ ਸੀਗੇ, ਫਰੈਂਚ ਸੀਗੇ, ਔਰ ਉਹ 400 ਆਪ ਦੇ ਲਈ ਕਲੈਕਟ ਕਰਕੇ ਰੱਖਿਆ ਸੀਗਾ ਕਿ ਆਪਣੇ ਲਈ ਗਨ ਖਰੀਦਣਾ, ਬੰਦੂਕ ਖਰੀਦਣਾ, ਤਾਂ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਸਮਰ ਸੀਜ਼ਨ 'ਤੇ ਹੰਟਿੰਗ 'ਤੇ ਜਾ ਸਕਾਂ। ਬਰਡਸ, ਲਾਗਸ ਮਤਲਬ ਬਰਡਸ ਹੁੰਦਾ, ਬਰਡਸ ਦਾ ਨਾਮ ਹੈ। ਪਰ ਫਿਰ ਵੀ ਉਹ ਉਹਨੂੰ ਕੀ ਜਵਾਬ ਦਿੰਦਾ ਹੈਗਾ ਕਿ ਚਲੋ ਵਧੀਆ, ਮੈਂ ਤੈਨੂੰ 400 ਫਰੈਂਚ ਦੇ ਦੇਣਾ ਔਰ ਤੂੰ ਕੋਸ਼ਿਸ਼ ਕਰ ਕਿ ਬਹੁਤ ਵਧੀਆ ਜੀ ਸੋਹਣੀ ਜੀ ਡਰੈਸ खरीद के लेके आए। The day of ball approached and Mrs. Loisel seemed sad, disturbed, and anxious. Nevertheless, her dress was nearly ready. Her husband said to her one evening, "What's the matter with you? You have acted strangely for 2 or 3 days." अभी तो फिर दोबारा बॉल यानी कि पार्टी का टाइम आ गया होंदा हैगा और मिसेस लॉइजल जी है दोबारा फिर डिस्टर्ब, घबराई हुई, टेंस दिस रही होंदी है। ਉਹਦਾ ਡਰੈਸ ਤਾਂ ਤਿਆਰ ਹੁੰਦਾ ਹੈਗਾ, ਪਰ ਉਹਦੇ ਹਸਬੈਂਡ ਇੱਕ ਸ਼ਾਮ ਨੂੰ ਉਹਨੂੰ ਪੁੱਛਦੇ ਹੈਗੇ ਕਿ ਹੁਣ ਕੀ ਗੱਲ ਹੋ ਗਈ, 2-3 ਦਿਨਾਂ ਤੋਂ ਤੂੰ ਕਾਫੀ ਜ਼ਿਆਦਾ ਸਟ੍ਰੇਂਜਲੀ ਬਿਹੇਵ ਕਰ ਰਹੀ ਹੈ। ਐਂਡ she responded, I am vexed not to have a jewel, nothing to adorn myself with. I shall have such a poverty-stricken look. I would prefer not to go to this party. अब अनाउंसड करना, वेक्सड यानी कि अनाउंसड करना। फिर वो की जवाब देंदी है कि ना तो मेरे को कोई ज्वैलरी है पाउण दे लई, तो फिर मैं अपने आप नूं किवें सजावां, एडॉन करना, अपने आप नूं वधिया डेकोरेट करना या तैयार करना। कहंदे फिर मेरी शक्ल जिहड़ी है ऐ लगदी है गरीब वांगू लगदी है, मैं पॉवर्टी स्ट्रिकन लगदी है, तो इस करके मैनूं लगदा हैगा कि इस पार्टी ते नहीं जाना चाहिए। He replied, you can wear some natural flowers in this occasion, they look very chic. चिक का मतलब इतने आ ब्यूटीफुल, एलिगेंट, ठीक है। सो क्या वो हसबैंड की जवाब देता है कि इस ओकेशन पर तू कुछ नैचुरल फ्लावर्स पा ले, इस सीजन के बहुत ही ज़्यादा एलिगेंट लगते हैं। शी वॉज नॉट कन्विंस्ड
No, she replied, there's nothing more humiliating than to have a shabby air in the midst of rich women. ਉਹ ਉਸ ਤੋਂ ਉਹਦੀ ਗੱਲ ਨਹੀਂ ਮੰਨਦੀ ਹੈ, ਕਨਵਿੰਸ ਨਹੀਂ ਹੁੰਦੀ ਹੈ, ਔਰ ਰਿਪਲਾਈ ਦਿੰਦੀ ਆ ਕਿ ਇਸ ਤੋਂ ਵੱਧ ਇਨਸਲਟਿੰਗ, ਹਿਊਮਿਲੇਟਿੰਗ ਯਾਨੀ ਕਿ ਇਨਸਲਟ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਹੈ ਕਿ ਇੰਨੇ ਸਾਰੇ ਰਿਚ ਵੂਮਨ ਦੇ ਵਿੱਚ ਮੈਂ ਸ਼ੈਬੀ ਯਾਨੀ ਕਿ ਅਗਲੀ ਲੁੱਕ ਦੇਵਾਂ, ਭੱਦੀ ਲਗਾ, ਬੁਰੀ ਲਗਾ. So then her husband cried out, how stupid we are, go and find your friend Madame Forestier and ask her to lend you her jewels. अब अचानक ही ਉਹਦੇ ਹਸਬੈਂਡ ਜਿਹੜੇ ਹੈਗੇ ਉਹ ਯਾਦ ਕਰਕੇ ਬੋਲਦੇ ਆ ਕਿ ਮੈਂ ਕਿੰਨਾ ਬੇਵਕੂਫ ਹਾਂ, ਮਤਲਬ ਮੇਰੇ ਮਾਈਂਡ ਦੇ ਵਿੱਚ ਇਹ ਗੱਲ ਕਿਉਂ ਨਹੀਂ ਆਈ, ਤੂੰ ਆਪਣੀ ਫਰੈਂਡ ਮੈਡਮ ਫੋਰੈਸਟੀਅਰ ਦੇ ਕੋਲ ਜਾ ਔਰ ਉਹ ਤੋਂ ਉਹਦੀ ਜਵੈਲਰੀ ਗਹਿਣੇ ਬੋਰੋ ਕਰ ਲੈ. She uttered a cry of joy. It's true, she said, I had not thought of that. ਉਹ ਵੀ ਖੁਸ਼ੀ ਦੇ ਮਾਰੇ ਚੀਖ ਪੈਂਦੀ ਹੈ ਔਰ ਕਹਿੰਦੀ ਹੈ ਚੀਖਦੇ ਹੋਏ ਕਿ ਯਾਰ ਹਾਂ ਆ ਸਹੀ ਹੈ, ਮੈਂ ਇਸ ਗੱਲ ਦੇ ਬਾਰੇ ਵਿੱਚ ਕਿਉਂ ਨਹੀਂ ਸੋਚਿਆ ਸੀਗਾ. So the next day she looked herself to her friend's house and related her story of distress. Madame Forestier went to her closet, took out a large jewel case, brought it, opened it and said, choose my dear. ਨੈਕਸਟ ਡੇ ਆਪਣੇ ਫਰੈਂਡ ਦੇ ਘਰ ਜਾਂਦੀ ਹੈ ਔਰ ਆਪਣੀ ਕੰਡੀਸ਼ਨ ਨੂੰ ਐਕਸਪਲੇਨ ਕਰਦੀ ਹੈ. ਮੈਡਮ ਫੋਰੈਸਟੀਅਰ ਆਪਣੇ ਕਲੋਜ਼ਟ ਯਾਨੀ ਕਬਰਡ 'ਤੇ ਜਾ ਕਰਕੇ ਬਹੁਤ ਵੱਡਾ ਜਵੈਲਰੀ ਦਾ ਕੇਸ ਲੈ ਕੇ ਆ ਜਾਂਦੇ ਹੈ, ਬਾਕਸ ਲੈ ਕੇ ਆਉਂਦੇ, ਉਹਦੇ ਸਾਹਮਣੇ ਓਪਨ ਕਰਕੇ ਰੱਖ ਦਿੰਦੇ ਔਰ ਕਹਿੰਦੇ ਤੂੰ ਕੋਈ ਵੀ ਚੂਜ਼ ਕਰ ਲੈ. ਸੀ saw at first some bracelets, then a collar of pearls, and then a Venetian cross of gold and jewels, admirable workmanship. She tried the jewels before the glass, hesitated out, could never decide to take them nor leave them. Then she asked, have you nothing more? अब सब तो पहले वो ब्रेसलेट चेक करती है, then collar of pearls यानी कि मोती दी माला, ਉਸ ਤੋਂ ਬਾਅਦ ਜਿਹੜਾ ਕ੍ਰੋਸ ਹੁੰਦਾ ਹੈਗਾ ਗੋਲਡ ਕ੍ਰੋਸ ਉਹਨੂੰ ਦੇਖਦੀ ਹੈ ਔਰ ਸਾਰੇ ਜਵੈਲਰੀ ਦੀ ਤਾਰੀਫ ਤਾਂ ਕਰਦੀ ਹੈ, ਨਾ ਤਾਂ ਉਹ ਉਹਨੂੰ ਜ਼ਿਆਦਾ ਪਸੰਦ ਆਉਂਦਾ ਹੈਗਾ ਨਾ ਹੀ ਉਹਨੂੰ ਛੱਡਣਾ ਚਾਹੁੰਦੀ ਹੈ, ਯਾਨੀ ਕਿ ਬਾਰ-ਬਾਰ ਗਲਾਸ ਦੇ ਕੋਲ ਜਾ ਕੇ ਮਿਰਰ ਦੇ ਕੋਲ ਜਾ ਕੇ ਆਪਣੇ ਆਪ ਨੂੰ ਦੇਖਦੀ ਹੈ. ਫਿਰ ਉਹਨੂੰ ਪੁੱਛਦੀ ਹੈ ਕਿ ਤੇਰੇ ਕੋਲ ਕੋਈ ਹੋਰ ਵੀ ਜਵੈਲਰੀ ਹੈਗੀ ਆ ਇਹਨੂੰ ਛੱਡ ਕੇ. ਦੈਨ ਵਾਈ ਯੈਸ ਲੁੱਕ ਫॉर yourself, I don't know what will please you. ਉਹਦੀ ਫਰੈਂਡ ਕਹਿੰਦੀ ਹੈ ਕਿਉਂ, ਆਪਣੇ ਆਪ ਨੂੰ ਦੇਖ, ਤੈਨੂੰ ਤਾਂ ਲੱਗਦਾ ਕੋਈ ਵੀ ਚੀਜ਼ ਖੁਸ਼ ਨਹੀਂ ਕਰ ਸਕਦੀ ਹੈ. Suddenly she discovered in a black satin box a superb necklace of diamond. Her hand trembled as she took it out. Suddenly ਅਚਾਨਕ ਹੀ ਉਹਦੀ ਫਰੈਂਡ ਇੱਕ ਬਲੈਕ ਸੈਟਨ ਬਾਕਸ ਲੈ ਕੇ ਆਉਂਦੀ ਹੈ, ਉਹਦੇ ਵਿੱਚ ਬਹੁਤ ਸੋਹਣਾ ਡਾਇਮੰਡ ਦਾ ਨੈਕਲੇਸ ਹੁੰਦਾ ਹੈਗਾ. ਉਹਦੇ ਹੱਥ ਕੰਬਣਾ ਸ਼ੁਰੂ ਕਰ ਦਿੰਦੇ ਆ ਜਦੋਂ ਉਹ ਉਹਨੂੰ ਕੱਢਦੀ ਹੈ. She placed it out her throat against her dress and was ecstatic, यानी कि बहुत ही सोहना ਹੁੰਦਾ ਹੈਗਾ. ਉਹਦੀ ਜ਼ੁਬਾਨ ਰੁਕ ਜਾਂਦੀ ਹੈ, ਉਹ ਦੇਖ ਕਰਕੇ ਉਹਨੂੰ बहुत ही ज़्यादा पसंद आਉਂਦਾ है. Then she asked in a hesitating voice full of anxiety, could you lend me this, only this? Why? Yes, certainly. ਫਿਰ ਉਹ ਸਿਰਫ ਕਹਿੰਦੀ ਹੈ ਕਿ ਕੀ ਸਿਰਫ ਤੂੰ ਮੈਨੂੰ ਆ ਬੋਰੋ ਕਰਾ ਸਕਦੀ ਹੈ, ਦੇ ਸਕਦੀ ਹੈ, ਥੋੜਾ ਹੈਜ਼ਿਟੇਟ ਕਰਦੇ ਹੋਏ ਬੋਲਦੀ ਹੈ. ਉਹ ਉਹਦੀ ਫਰੈਂਡ ਕਹਿੰਦੀ ਹੈ ਹਾਂ ਕਿਉਂ ਨਹੀਂ, sure. So this is the explanation of the half chapter. I hope you will be able to understand. Along with that, I will post question answers so that you all can prepare the register. Thank you.